ਜਗਬਾਣੀ ਖੇਤੀਬਾੜੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੰਦੀਪ ਲਾਦੂਕਾ। ਦੋਸਤੋ, ਅਸੀਂ ਇੱਕ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਲੜੀਵਾਰ ਪ੍ਰੋਗਰਾਮ ਦੇ ਤਹਿਤ ਅਸੀਂ ਚਰਚਾ ਕਰਾਂਗੇ ਕਿ ਪਸ਼ੂਆਂ ਦੀ ਦੇਖ ਰੇਖ ਕਿਵੇਂ ਕਰਨੀ ਹੈ, ਉਹਨਾਂ ਨੂੰ ਕਿਵੇਂ ਸਾਂਭਣਾ ਹੈ, ਤਾਂ ਕਿ ਅਸੀਂ ਡੇਅਰੀ ਫਾਰਮ ਦਾ ਕਿੱਤਾ ਜਿਹੜਾ ਉਹ ਵੀ ਸਫਲਤਾਪੂਰਵਕ ਕਰ ਸਕੀਏ। ਇਸ ਚਰਚਾ ਦੇ ਵਿੱਚ ਸਾਡੇ ਨਾਲ ਹਾਜ਼ਰ ਹੋਣਗੇ ਵੈਟਰਨਰੀ ਡਾਕਟਰ ਰਾਣਾ ਪ੍ਰੀਤ ਗਿੱਲ, ਜਿਹੜੇ ਕਿ ਪਿਛਲੇ 14 ਸਾਲਾਂ ਤੋਂ ਬਤੌਰ ਵੈਟਰਨਰੀ ਡਾਕਟਰ ਸੇਵਾ ਨਿਭਾ ਰਹੇ ਨੇ, ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਸਾਡਾ ਅੱਜ ਦਾ ਵਿਸ਼ਾ ਹੈ ਕਿ ਕੱਟੇ ਕੱਟੀਆਂ ਤੇ ਵੱਛੇ ਵੱਛੀਆਂ ਨੂੰ ਕਿਵੇਂ ਸਾਂਭਣਾ ਹੈ, ਤਾਂ ਕਿ ਅਸੀਂ ਹੁਣ ਦੀ ਸਹੀ ਸੰਭਾਲ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੱਟੀ ਜਾਂ ਵੱਛੀ ਆਉਣ ਵਾਲੇ ਸਮੇਂ ਵਿੱਚ ਮੱਝ ਜਾਂ ਗਾਂ ਬਣਨੀ ਹੈ ਤੇ ਇੱਕ ਤੰਦਰੁਸਤ ਤੇ ਚੰਗਾ ਪਸ਼ੂ ਹੈ ਸਾਡੇ ਕੋਲ ਹੋਵੇ। ਡਾਕਟਰ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਸੰਦੀਪ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਮੈਨੂੰ ਇਸ ਪ੍ਰੋਗਰਾਮ ਤੇ ਇਨਵਾਈਟ ਕਰਨ ਦਾ। ਤੇ ਬਹੁਤ ਚੰਗਾ ਲੱਗ ਰਿਹਾ ਹੈ ਜਗਬਾਣੀ ਟੀਵੀ ਦੇ ਵਿੱਚ ਇੱਕ ਵਾਰ ਫੇਰ ਤੋਂ ਮੁਖਾਤਿਬ ਹੋਣਾ, ਤੇ ਇਸ ਵਾਰ ਖਾਸ ਕਰਕੇ ਪਸ਼ੂ ਪਾਲਕ ਵੀਰਾਂ ਦੇ ਨਾਲ ਤੇ ਭੈਣਾਂ ਦੇ ਨਾਲ ਵੀ। ਜੀ, ਸਭ ਤੋਂ ਪਹਿਲਾਂ ਮੇਰਾ ਮੁੱਢਲਾ ਸਵਾਲ ਹੈ ਜੀ, ਕੱਟੇ ਕੱਟੀਆਂ ਵੱਛੇ ਵੱਛੀਆਂ ਦੀ ਸਾਂਭ ਸੰਭਾਲ ਲਈ ਅਸੀਂ ਕਿਤੇ ਨਾ ਕਿਤੇ ਅਣਗਹਿਲੀ ਕਰ ਜਾਂਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਉਹਦੇ ਫਿਰ ਜਿਹੜੇ ਖਮਿਆਜੇ ਭੁਗਤਣੇ ਪੈਂਦੇ ਆ। ਸਭ ਤੋਂ ਮੁੱਢਲੀ ਗੱਲ ਕਿਹੜੀ ਤੁਹਾਨੂੰ ਲੱਗਦੀ ਹੈ ਕਿ ਅਸੀਂ ਧਿਆਨ ਦੇ ਲਈਏ ਤੇ ਚੰਗੀਆਂ ਜਿਹੜੇ ਪਸ਼ੂ ਆ ਸਾਡੇ ਘਰ ਦੇ ਵਿੱਚ ਜਾਂ ਅਸੀਂ ਆਪਣੇ ਵਾੜੇ ਦੇ ਵਿੱਚ ਪਾਲ ਸਕਦੇ ਹਾਂ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਮਝੀਏ ਇੰਪੋਰਟੈਂਸ ਕਿ ਜਿਹੜੇ ਕਟੜੂ ਵਛੜੂ ਨੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਛੋਟੇ ਬੱਚੇ ਨੇ ਹੀ ਵੱਡੇ ਹੋ ਕੇ ਜਿਹੜਾ ਜਿਵੇਂ ਕੱਟੀ ਹੈ ਉਹਨੇ ਮੱਝ ਬਣਨਾ ਹੈ, ਜਾਂ ਵੱਛੀ ਉਹਨੇ ਵੱਡੀ ਹੋ ਕੇ ਇੱਕ ਲਵੇਰਾ ਪਸ਼ੂ ਬਣਨਾ ਹੈ। ਤੇ ਡੇਅਰੀ ਦਾ ਜਿਹੜਾ ਧੰਦਾ ਹੈਗਾ ਇਹ ਸਾਰਾ ਹੀ ਇਸ ਚੀਜ਼ ਦੇ ਨਾਲ ਸੰਬੰਧਿਤ ਹੈ, ਦੁੱਧ ਨਾਲ ਸੰਬੰਧਿਤ ਹੈ। ਤੇ ਜਦੋਂ ਇੱਕ ਛੋਟਾ ਜਿਹੜਾ ਬੱਚਾ ਹੈਗਾ ਉਹਦੀ ਡੈਥ ਹੋ ਜਾਂਦੀ ਤੇ ਇਹਦਾ ਬਹੁਤ ਨੁਕਸਾਨ ਹੁੰਦਾ ਹੈ। ਇੱਕ ਤਾਂ ਇਹਦੇ ਨਾਲ ਪਸ਼ੂ ਜਿਹੜਾ ਦੁੱਧ ਘਟਾ ਜਾਂਦਾ ਹੈ, ਦੂਸਰਾ ਕਿਤੇ ਨਾ ਕਿਤੇ ਇੱਕ ਮਦਰ ਦੀ ਆਪਣੇ ਬੱਚੇ ਦੇ ਨਾਲ ਇਮੋਸ਼ਨਲ ਅਟੈਚਮੈਂਟ ਵੀ ਹੁੰਦੀ ਹੈ। ਜਦੋਂ ਇੱਕ ਬੱਚੇ ਦਾ, ਜਿਹਨੂੰ ਇੱਕ ਮੱਝ ਨੇ 10 ਮਹੀਨੇ 10 ਦਿਨ ਜਾਂ ਇੱਕ ਗਾਂ ਨੇ 9 ਮਹੀਨੇ 9 ਦਿਨ ਆਪਣੇ ਗਰਭ ਦੇ ਵਿੱਚ ਰੱਖਿਆ ਹੁੰਦਾ ਹੈ, ਜਦੋਂ ਉਸਦੀ ਇੱਕਦਮ ਹੀ ਡੈਥ ਹੋ ਜਾਂਦੀ ਹੈ ਤਾਂ ਉਸ ਦੇ ਨਾਲ ਕਈ ਵਾਰ ਪਸ਼ੂ ਪੱਠੇ ਖਾਣੇ ਵੀ ਛੱਡ ਦਿੰਦੇ ਹਨ। ਸੋ ਇਹਦੇ ਨਾਲ ਦੋ ਤਰ੍ਹਾਂ ਦੇ ਲਾਸ ਹੁੰਦੇ। ਇੱਕ ਤਾਂ ਜਿਹੜਾ ਤੁਹਾਡਾ ਇੱਕ ਸਾਲ ਖਰਾਬ ਹੁੰਦਾ ਹੈ, ਜਿਹੜਾ ਤੁਸੀਂ ਪਸ਼ੂ ਦੀ ਕੇਅਰ ਕਰਦੇ ਹੋ ਕਿ ਇੱਕ ਹੈਲਦੀ ਬੱਚਾ ਲੈਣ ਲਈ, ਉਹਦਾ ਨੁਕਸਾਨ ਹੁੰਦਾ ਹੈ। ਤੇ ਦੂਸਰਾ ਐਨੀਮਲ ਤੇ ਜਿਹੜਾ ਵੀ ਇਹਦਾ ਨੈਗੇਟਿਵ ਇੰਪੈਕਟ ਪੈਂਦਾ ਹੈ। ਜੀ, ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ, ਕਿਉਂਕਿ ਬੱਚੇ ਨੇ ਜਦੋਂ ਜਨਮ ਲੈਣਾ, ਜਨਮ ਤੋਂ ਪਹਿਲਾਂ ਜਦੋਂ ਆਪਣੀ ਮਾਂ ਦੇ ਗਰਭ ਵਿੱਚ ਹੁੰਦਾ ਹੈ ਬੱਚਾ ਜਾਂ ਬੱਚੀ, ਤਾਂ ਉਦੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੰਦਰੁਸਤ ਬੱਚਾ ਜਨਮ ਲਵੇ? ਦੇਖੋ, ਸਭ ਤੋਂ ਪਹਿਲਾਂ ਤਾਂ ਬਹੁਤ ਜ਼ਰੂਰੀ ਹੈ ਕਿ ਜਦੋਂ ਪਸ਼ੂ ਪਾਲਕ ਵੀਰ ਮਨਸੂਈ ਗਰਭਦਾਨ ਕਰਵਾਉਂਦੇ ਹਨ ਤਾਂ ਉਹਦੀ ਤਰੀਕ ਨੋਟ ਕਰ ਲੈਣ। ਉਹਦੇ ਵਿੱਚ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਜੈਸਟੇਸ਼ਨ ਪੀਰੀਅਡ ਹੈ, ਗਰਭ ਦਾ ਸਮਾਂ ਹੈ, ਉਹ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਗਾਵਾਂ 'ਚ 9 ਮਹੀਨੇ 9 ਦਿਨ ਹੁੰਦਾ ਅਪਰੋਕਸੀਮੇਟਲੀ, ਮੱਝਾਂ 'ਚ 10 ਮਹੀਨੇ 10 ਦਿਨ ਹੁੰਦਾ ਹੈ। ਇਹ ਕੈਲਕੂਲੇਟ ਕਰਕੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪਸ਼ੂ ਨੇ ਸਾਡਾ ਕਿਸ ਦਿਨ ਸੂਣਾ ਹੈ। ਉਸ ਤੋਂ ਬਾਅਦ ਜਿਹੜਾ ਸੂਣ ਵਾਲਾ ਪਸ਼ੂ ਹੈਗਾ ਉਹਨੂੰ ਬਹੁਤ ਜ਼ਿਆਦਾ ਪੱਠੇ, ਬਹੁਤ ਜ਼ਿਆਦਾ ਖੁਰਾਕ ਦੀ ਲੋੜ ਨਹੀਂ ਹੁੰਦੀ। ਉਹਨੂੰ ਜਿਹੜੀ ਨਾਰਮਲ ਖੁਰਾਕ ਹੈ ਉਹ ਚੱਲਣ ਦਿਓ, ਉਹਨੂੰ ਕੇਅਰ ਦੀ ਲੋੜ ਹੈਗੀ, ਉਹਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰ ਦਿਓ, ਖਾਸ ਕਰਕੇ ਜਿਹੜਾ ਅਖੀਰਲੇ 3 ਮਹੀਨੇ ਆ ਉਹਦੇ ਵਿੱਚ। ਤੇ ਜਿਹੜਾ ਮਿਨਰਲ ਮਿਕਸਚਰ ਹੈ, ਧਾਤਾਂ ਦਾ ਚੂਰਾ, ਇਹ ਅਸੀਂ ਹਮੇਸ਼ਾ ਪਸ਼ੂ ਪਾਲਕ ਵੀਰਾਂ ਨੂੰ ਕਹਿੰਦੇ ਆ ਕਿ ਧਾਤਾਂ ਦਾ ਚੂਰਾ ਨਾ ਕੇਵਲ ਜਿਹੜੇ ਪਸ਼ੂ ਸੂਣ ਵਾਲੇ ਹਨ, ਪਰ ਥਰੂ ਆਊਟ ਦਾ ਈਅਰ, ਪੂਰਾ ਸਾਲ ਹੀ ਪਸ਼ੂਆਂ ਨੂੰ ਇਹ ਪਾਣਾ ਜ਼ਰੂਰੀ ਹੈ। ਕਿਉਂਕਿ ਅੱਜ ਕੱਲ੍ਹ ਫਸਲਾਂ ਤੇ ਇੰਨਾ ਸਪਰੇਅ ਹੋ ਰਿਹਾ ਹੈ, ਇੰਨੇ ਕੁ ਜਿਹੜੇ ਪੱਠੇ ਆ ਉਹਨਾਂ 'ਚ ਉਹਨੇ ਜਿਹੜੇ ਹੈਗੇ ਆ ਤੱਤ, ਜਿਹੜੇ ਜ਼ਰੂਰੀ ਤੱਤ ਨੇ ਉਹ ਨਹੀਂ ਹੈਗੇ। ਤੇ ਇਸ ਲਈ ਧਾਤਾਂ ਦਾ ਚੂਰਾ ਪਾਣਾ, ਵੱਡੇ ਪਸ਼ੂ ਨੂੰ 30 ਤੋਂ 50 ਗ੍ਰਾਮ ਤੇ ਛੋਟੇ ਨੂੰ 10 ਗ੍ਰਾਮ, ਤੇ ਇਹ ਭਾਰ ਦੇ ਹਿਸਾਬ ਦੇ ਨਾਲ ਪਾਇਆ ਜਾਂਦਾ ਹੈ। ਇਹ ਸਾਰਾ ਸਾਲ ਪਾਣਾ ਬਹੁਤ ਜ਼ਰੂਰੀ ਹੈ। ਤੇ ਖਾਸ ਕਰਕੇ ਜਿਹੜਾ ਸੂਣ ਵਾਲਾ ਪਸ਼ੂ ਨੂੰ ਪਾਣਾ ਬਹੁਤ ਜ਼ਰੂਰੀ ਹੈ, ਤਾਂ ਕਿ ਸੂਣ ਵੇਲੇ ਪਸ਼ੂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸੋ ਇਹਨਾਂ ਗੱਲਾਂ ਦਾ ਸੂਣ ਤੋਂ ਪਹਿਲਾਂ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੀ। ਔਰ ਇਸ ਦੇ ਨਾਲ ਹੀ ਅਗਲੀ ਗੱਲ ਜੁੜੀ ਹੋਈ ਹੈ ਕਿ ਜਦੋਂ ਅਸੀਂ ਧਿਆਨ ਪਹਿਲਾਂ ਰੱਖ ਲਿਆ ਕਿ ਸੂਣ ਤੋਂ ਪਹਿਲਾਂ ਬੱਚੇ ਨੂੰ ਕਿਹੜੀ ਗੱਲ ਦੀ ਲੋੜ ਹੈ ਜਾਂ ਖੁਰਾਕ ਚੰਗੀ ਪਾਉਣੀ ਹੈ ਪਸ਼ੂ ਨੂੰ ਅਸੀਂ, ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਕਿ ਜਦੋਂ ਜਨਮ ਹੋਣਾ ਹੈ, ਉਦੋਂ ਜਦੋਂ ਜਨਮ ਹੋ ਰਿਹਾ ਹੁੰਦਾ ਹੈ ਵੱਛੇ ਵੱਛੀ ਜਾਂ ਕੱਟੇ ਕੱਟੀ ਦਾ, ਤਾਂ ਉਦੋਂ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ? ਕਿਉਂਕਿ ਬਹੁਤੀ ਵਾਰ ਦੇਖਿਆ ਗਿਆ ਹੈ ਕਿ ਬੜੇ ਆਰਾਮ ਦੇ ਤਰੀਕੇ ਦੇ ਨਾਲ ਹੈ ਜਿਹੜੀ ਰਾਤ ਨੂੰ ਜਾਂ ਸਵੇਰੇ ਜਾਂ ਮੌਸਮ ਦੇ ਹਿਸਾਬ ਨਾਲ ਵੀ ਦੇਖੀਏ, ਬਹੁਤ ਜ਼ਿਆਦਾ ਠੰਡ ਹੋਵੇ ਤਾਂ ਜਿਹੜੀ ਡਿਲੀਵਰੀ ਉਹ ਚੰਗੀ ਨਹੀਂ ਹੁੰਦੀ ਤੇ ਕਈ ਵਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਉਦੋਂ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜਾ ਬੱਚੇਦਾਨੀ ਹੁੰਦੀ ਹੈ, ਇਹ ਬਹੁਤ ਇੱਕ ਨਾਜ਼ੁਕ ਕਿਸਮ ਦੀ ਲੇਅਰ ਹੁੰਦੀ ਹੈ, ਯੂਟਰਸ ਜਿਹਨੂੰ ਆਪਾਂ ਕਹਿੰਦੇ ਆ। ਇਹਦੇ 'ਚ ਬਹੁਤ ਜ਼ਿਆਦਾ ਖਿੱਚ-ਧੂ ਨਹੀਂ ਕਰਨੀ ਚਾਹੀਦੀ। ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਪ੍ਰੈਜੈਂਟੇਸ਼ਨ, ਪੋਜੀਸ਼ਨ, ਪੋਸਚਰ ਬੱਚੇ ਦਾ ਠੀਕ ਹੋਣਾ ਚਾਹੀਦਾ ਹੈ। ਜੇ ਇਹ ਸਾਰਾ ਕੁਝ ਠੀਕ ਹੈ ਤਾਂ ਬੱਚਾ ਆਪ ਹੀ, ਮੱਝ ਜਾਂ ਗਾਂ ਆਪ ਹੀ ਸੂ ਪੈਂਦੀ ਹੈ। ਤੇ
ਤੇ ਜੀ ਇਸ ਦੇ ਵਿੱਚ ਜੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਉਹਨੂੰ ਸਵਾਉਣ ਦੇ ਵਿੱਚ ਮਦਦ ਦੀ ਲੋੜ ਪੈਂਦੀ ਹੈ। ਤੇ ਕਦੇ ਵੀ ਖਿੱਚਤੂ ਨਹੀਂ ਕਰਨੀ ਚਾਹੀਦੀ, ਕਿਉਂਕਿ ਬੱਚੇਦਾਨੀ ਦੇ ਵਿੱਚ ਥੋੜਾ ਜਿਹਾ ਵੀ ਜੇ ਪਾੜ ਪੈ ਜਾਂਦਾ ਹੈ ਤਾਂ ਜੀ ਉਸ ਤੋਂ ਬਾਅਦ ਜਿਹੜਾ ਪਸ਼ੂ ਹੈ ਉਹ ਤੁਹਾਡਾ ਦੁਬਾਰਾ ਗਰਭ ਧਾਰਨ ਨਹੀਂ ਕਰ ਸਕਦਾ, ਪਸ਼ੂ ਇੱਕ ਤਰ੍ਹਾਂ ਨਾਲ ਖਰਾਬ ਹੋ ਜਾਂਦਾ ਹੈ। ਸੋ ਸਭ ਤੋਂ ਜੀ ਪਹਿਲਾਂ ਤਾਂ ਜ਼ਰੂਰੀ ਇਹ ਹੈ ਕਿ ਇੱਕ ਮਾਹਰ ਵੈਟਰਨਰੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਜੇ ਸਵਾਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ। ਦੂਸਰੀ ਗੱਲ ਇਹ ਕਿ ਜਿਸ ਝਿੱਲੀ ਦੇ ਵਿੱਚ ਬੱਚਾ ਲਿਪਟਿਆ ਹੁੰਦਾ ਹੈ ਉਹਨੂੰ ਮਟਿਆਂਡੀ ਕਹਿੰਦੇ ਆ ਜਾਂ ਪਲੈਸੈਂਟਾ। ਇਹ ਪਲੈਸੈਂਟਾ ਜਿਹੜਾ ਹੈ ਇਹ ਬੱਚੇ ਦੀ ਖੁਰਾਕ ਦੇ ਲਈ ਦਾ ਕੰਮ ਕਰਦਾ ਹੈ, ਉਹਨੂੰ ਖੁਰਾਕ ਮਿਲਦੀ ਉਹਦੇ ਤੋਂ। ਤੇ ਜਦੋਂ ਇਹ ਮਟਿਆਂਡੀ ਅੰਦਰ ਫੁੱਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਬੱਚੇ ਦਾ ਅੰਦਰ ਰਹਿਣਾ ਜਿਹੜਾ ਹੈਗਾ ਉਹ ਬੜਾ ਖਤਰਨਾਕ ਹੋ ਜਾਂਦਾ ਹੈ, ਕਿਉਂਕਿ ਇਹ ਇਸ ਮਟਿਆਂਡੀ ਦੇ ਥਰੂ ਹੀ ਉਹ ਸਾਹ ਲੈ ਰਿਹਾ, ਉਹਨੂੰ ਆਕਸੀਜਨ ਮਿਲ ਰਹੀ ਹੈ। ਜੇ ਇਹ ਮਟਿਆਂਡੀ ਫੁੱਟ ਜਾਂਦੀ ਹੈ ਉਹ ਤੋਂ ਬਾਅਦ ਬੱਚੇ ਨੂੰ ਜਲਦੀ ਤੋਂ ਜਲਦੀ ਨਹੀਂ ਸਵਾਇਆ ਜਾਂਦਾ ਹੈ ਤਾਂ ਬਹੁਤ ਘਾਤਕ ਹੁੰਦਾ ਤੇ ਬੱਚੇ ਦੇ ਅੰਦਰ ਹੀ ਡੈਥ ਹੋ ਜਾਂਦੀ ਹੈ। ਤੇ ਸਵਾਉਣ ਵੇਲੇ ਇਹਨਾਂ 2-3 ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੀ ਜਿਵੇਂ ਅਸੀਂ ਚਰਚਾ ਕਰ ਰਹੇ ਹਾਂ ਕਿ ਪਸ਼ੂਆਂ ਨੂੰ ਲੈ ਕੇ ਜਦੋਂ ਅਸੀਂ ਬੱਚੇ ਜਾਂ ਬੱਚੀਆਂ ਜਿਹੜੇ ਕਿ ਵੱਛਾ ਵੱਛੀ ਵੀ ਹੋ ਸਕਦਾ, ਕੱਟਾ ਜਾਂ ਕੱਟੀ ਵੀ ਹੋ ਸਕਦਾ, ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤੇ ਅਸੀਂ ਤਾਂ ਕਿ ਸਫਲਤਾਪੂਰਵਕ ਹੈ ਜਿਹੜਾ ਪਸ਼ੂਆਂ ਦਾ ਧਿਆਨ ਰੱਖ ਸਕੀਏ ਤੇ ਉਹਨਾਂ ਤੋਂ ਸਾਨੂੰ, ਕਿਉਂਕਿ ਆਮਦਨ ਦਾ ਵੀ ਇੱਕ ਚੰਗਾ ਸਰੋਤ ਹੈ ਸਾਡੇ ਲਈ, ਖਾਸ ਕਰਕੇ ਕਿਸਾਨਾਂ ਦੇ ਲਈ ਪੇਂਡੂ ਖੇਤਰ ਦੇ ਵਿੱਚ ਜ਼ਿਆਦਾਤਰ ਇਸ ਗੱਲ ਨੂੰ ਨੋਟ ਕੀਤਾ ਜਾਂਦਾ। ਔਰ ਅਗਲਾ ਮੇਰਾ ਸਵਾਲ ਜੁੜਿਆ ਹੋਇਆ ਕਿ ਜਦੋਂ ਪਸ਼ੂ ਸੂ ਪਿਆ ਉਸ ਤੋਂ ਬਾਅਦ ਜਦੋਂ ਬੱਚੇ ਨੇ ਜਨਮ ਲਿਆ, ਖਾਸ ਕਰਕੇ ਸਰਦੀਆਂ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਠੰਡ ਤੋਂ ਬਚਾਉਣ ਦੇ ਲਈ ਬੱਚੇ ਨੂੰ ਇੱਕ ਨਿੱਘ ਵਾਲੇ ਕਮਰੇ ਵਿੱਚ ਰੱਖਿਆ ਜਾਂਦਾ ਹੈ, ਜਾਂ ਉੱਥੇ ਖਾਸ ਕਰਕੇ ਤੂੜੀ ਪਈ ਹੁੰਦੀ ਹੈ ਜਾਂ ਤੂੜੀ ਇੱਕ ਨਿੱਘ ਵਾਲੀ ਹੁੰਦੀ ਹੈ ਜਗ੍ਹਾ, ਉੱਥੇ ਰੱਖ ਲਿਆ ਜਾਂਦਾ। ਉਦੋਂ ਕਿਸੇ ਤਰ੍ਹਾਂ ਦੀ ਦਿੱਕਤ ਆ ਸਕਦੀ ਹੈ, ਜਾਂ ਜਗ੍ਹਾ ਕਿਹੜੀ ਹੋਣੀ ਚਾਹੀਦੀ ਹੈ ਜਿੱਥੇ ਅਸੀਂ ਸੇਫ ਤਰੀਕੇ ਨਾਲ ਹੈ ਬੱਚੇ ਨੂੰ ਸਾਂਭ ਸਕਦੇ ਹਾਂ? ਦੇਖੋ, ਜਿਹੜਾ ਨਵਾਂ ਜਨਮਿਆ ਬੱਚਾ ਹੈ ਨਾ, ਕੁਝ ਦੇਰ ਲਈ ਆਪਣੀ ਬਾਡੀ ਦਾ ਜਿਹੜਾ ਟੈਂਪਰੇਚਰ ਹੈ, ਤਾਪਮਾਨ ਹੈ, ਉਹਨੂੰ ਮੇਨਟੇਨ ਨਹੀਂ ਕਰ ਸਕਦਾ। ਇਸ ਲਈ ਬਹੁਤ ਜ਼ਿਆਦਾ ਚਾਂਸ ਹੁੰਦੇ ਹੈ ਕਿ ਸਰਦੀਆਂ 'ਚ ਜਦੋਂ ਸੂੰਦਾ ਹੈ ਪਸ਼ੂ ਤਾਂ ਬੱਚਾ ਇੱਕਦਮ ਉਹਨੂੰ ਹਾਈਪੋਥਰਮੀਆ ਹੋ ਜਾਂਦਾ, ਬਾਡੀ ਦਾ ਟੈਂਪਰੇਚਰ ਗਿਰ ਜਾਂਦਾ ਕਿਉਂਕਿ ਬਾਹਰ ਠੰਡ ਹੈ। ਤੇ ਗਰਮੀਆਂ ਦੇ ਵਿੱਚ ਇਸੇ ਤਰ੍ਹਾਂ ਹਾਈਪਰਥਰਮੀਆ, ਬਾਡੀ ਦਾ ਤਾਪਮਾਨ ਇੱਕਦਮ ਵੱਧ ਜਾਂਦਾ ਹੈ। ਤੇ ਇਸ ਜਦੋਂ ਸਰਦੀਆਂ ਦੇ ਵਿੱਚ ਪਸ਼ੂ ਸੂੰਦਾ ਤਾਂ ਬਹੁਤ ਜ਼ਰੂਰੀ ਹੈ ਕਿ ਬੱਚਾ ਜਦੋਂ ਹੀ ਗਰਭ ਤੋਂ ਬਾਹਰ ਆਉਂਦਾ ਹੈ ਤਾਂ ਉਹਨੂੰ ਜਿਹੜਾ ਸਹੀ ਤਾਪਮਾਨ ਤੇ ਰੱਖਿਆ ਜਾਵੇ, ਉਹਨੂੰ ਕਿਸੇ ਨਿੱਘੇ ਕਮਰੇ 'ਚ ਰੱਖਿਆ ਜਾਵੇ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਫਰਸ਼ ਠੰਡਾ ਨਹੀਂ ਹੋਣਾ ਚਾਹੀਦਾ, ਜੇ ਤੁਸੀਂ ਤੂੜੀ ਰੱਖੀ ਹੈ ਤਾਂ ਧਿਆਨ ਰੱਖਣਾ ਚਾਹੀਦਾ ਕਿ ਤੂੜੀ ਦਾ ਕੋਈ ਕਣ ਜਿਹੜਾ ਹੈਗਾ, ਤੂੜੀ ਦੇ ਬਜਾਏ ਕੋਈ ਹੋਰ ਨੀਚੇ ਉਹਦਾ ਬੈਡਿੰਗ ਯੂਜ਼ ਕੀਤਾ ਜਾਵੇ, ਬੋਰੀਆਂ ਵਿਛਾਈਆਂ ਜਾਣ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਤੂੜੀ ਦਾ ਕਣ ਜੋ ਅੰਦਰ ਆ ਜਾਏ ਨਾ ਤਾਂ ਸਾਹ ਲੈਣ ਦੇ ਵਿੱਚ ਉਹਨੂੰ ਔਖ ਹੁੰਦੀ ਹੈ ਤੇ ਸਾਹ ਜਿਹੜੀ ਕਿਰਿਆ ਉਹ ਬੰਦ ਹੋ ਸਕਦੀ ਹੈ। ਇਸੇ ਤਰ੍ਹਾਂ ਗਰਮੀਆਂ ਦੇ ਵਿੱਚ ਜਦੋਂ ਪਸ਼ੂ ਸੂੰਦਾ ਹੈ ਤਾਂ ਜਿਹੜਾ ਕਮਰਾ ਹੈ ਉਹ ਹਵਾਦਾਰ ਹੋਣਾ ਚਾਹੀਦਾ, ਖੁੱਲਾ ਹੋਣਾ ਚਾਹੀਦਾ, ਉਹ 'ਚ ਸਿੱਲ ਨਹੀਂ ਹੋਣੀ ਚਾਹੀਦੀ। ਸੋ ਇਸ ਲਈ ਕੁਛ ਦੇਰ ਲਈ ਜਿਹੜਾ ਬੱਚੇ ਦਾ ਤਾਪਮਾਨ ਹੈ ਉਹ ਨਿਯੰਤਰਿਤ ਕਰਨਾ ਉਹ ਸਾਡੀ ਜ਼ਿੰਮੇਵਾਰੀ ਹੈ, ਜਦ ਤੱਕ ਉਹ ਇਸ ਚੀਜ਼ ਨੂੰ ਖੁਦ ਹੀ ਬੈਲੈਂਸ ਨਹੀਂ ਉਹਦੀ ਬਾਡੀ ਕਰ ਲੈਂਦੀ। ਜੀ, ਔਰ ਅਗਲੀ ਗੱਲ ਆ ਜਾਂਦੀ ਹੈ ਕਿ ਜਦੋਂ ਜਨਮ ਹੋ ਰਿਹਾ ਉਸ ਤੋਂ ਤੁਰੰਤ ਕਿਵੇਂ ਅਸੀਂ ਧਿਆਨ ਰੱਖਣਾ ਹੈ, ਕਿੰਨਾ ਕੁ ਤਾਪਮਾਨ ਚਾਹੀਦਾ ਹੁੰਦਾ ਹੈ ਬੱਚੇ ਨੂੰ, ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਗਾਵਾਂ ਦੇ ਵਿੱਚ ਗਰਮੀ ਆ ਜਿਹੜੀ ਤਾਪਮਾਨ ਉਹ ਜ਼ਿਆਦਾ ਹੁੰਦਾ ਹੈ ਜਾਂ ਘੱਟ ਹੁੰਦਾ ਹੈ ਮੱਝਾਂ ਦੇ ਮੁਕਾਬਲੇ। ਇਸ ਨੂੰ ਲੈ ਕੇ ਵੀ ਕੋਈ ਹੈ ਜਾਂ ਨਾਰਮਲ ਹੀ ਹੈ ਟੈਂਪਰੇਚਰ ਗਾਵਾਂ ਮੱਝਾਂ ਦਾ? ਦੇਖੋ ਜੀ, ਇਸ ਤਰ੍ਹਾਂ ਦੀ ਤਾਂ ਕੋਈ ਡਿਸਟਿੰਕਸ਼ਨ ਨਹੀਂ ਹੁੰਦੀ। ਜਦੋਂ ਬੱਚਾ ਗਰਭ ਦੇ ਅੰਦਰ ਹੁੰਦਾ ਨਾ, ਉਹ ਇੱਕ ਡਿਫਰੈਂਟ এনवायरमेंट ਦੇ ਵਿੱਚ ਹੁੰਦਾ। ਜਦੋਂ ਬੱਚਾ ਬਾਹਰ ਆਉਂਦਾ ਹੈ ਤਾਂ ਉਹ ਇੰਨਾ ਸક્ષਮ ਨਹੀਂ ਹੁੰਦਾ ਕਿ ਆਪਣੀ ਬਾਡੀ ਦਾ ਤਾਪਮਾਨ ਨੂੰ ਮੇਨਟੇਨ ਕਰ ਸਕੇ, ਤੇ ਕਿਸੇ ਵੀ ਕਿਸਮ ਦੀ ਇਨਫੈਕਸ਼ਨ ਜਿਹੜੀ ਹੈ, ਕੋਈ ਵੀ ਕਿਸਮ ਦਾ ਜਰਾਸੀਨ ਹੈ, ਉਹਨੂੰ ਕੈਚ ਕਰਨ ਦੀ ਬੱਚੇ ਦੇ ਵਿੱਚ ਇੰਨੀ ਇਮਿਊਨਿਟੀ ਨਹੀਂ ਹੁੰਦੀ, ਉਹ ਫਾਈਟਿੰਗ ਪਾਵਰ ਨਹੀਂ ਹੁੰਦੀ। ਸੋ ਉਹ ਬਿਮਾਰ ਹੋਣ ਦਾ ਜਿਹੜਾ ਖਤਰਾ ਉਹ ਜ਼ਿਆਦਾ ਬਣਿਆ ਰਹਿੰਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਜਦੋਂ ਬੱਚਾ ਸੂੰਦਾ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਬੋਲੀ ਪਿਲਾਈ ਜਾਵੇ। ਬੋਲੀ ਜਿਹੜੀ ਮਾਂ ਦਾ ਪਹਿਲਾ ਦੁੱਧ ਹੁੰਦਾ ਹੈ, ਇਹ ਬੱਚੇ ਲਈ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਹੈ। ਆਮ ਦੁੱਧ ਦੇ ਵਿੱਚ ਨਾਲੋਂ ਇਹਦੇ ਵਿੱਚ 10 ਗੁਣਾ ਜ਼ਿਆਦਾ ਲੋਹਾ, 5 ਗੁਣਾ ਜ਼ਿਆਦਾ ਪ੍ਰੋਟੀਨ ਤੇ 2 ਗੁਣਾ ਜ਼ਿਆਦਾ ਫੈਟ ਤੇ ਮਿਨਰਲਸ ਹੁੰਦੇ ਹਨ। ਤਾਂ ਇਹ ਜਿਹੜੀ ਬੋਲੀ ਹੈ ਇਹ ਨਵੇਂ ਜਨਮੇ ਬੱਚੇ ਦੇ ਲਈ ਬਹੁਤ ਹੀ ਵਧੀਆ ਸਰੋਤ ਹੈ ਕਿ ਉਹ ਇਨਫੈਕਸ਼ਨਸ ਤੋਂ, ਬਿਮਾਰੀਆਂ ਤੋਂ ਆਪਣਾ ਕੁਝ ਦੇਰ ਲਈ ਕੁਝ ਟਾਈਮ ਦੇ ਲਈ, ਜਦ ਤੱਕ ਉਹ ਸਸੈਪਟੀਬਲ ਹੈ, ਉਹਦਾ ਆਪਣਾ ਬਚਾਅ ਕਰ ਸਕੇ। ਇਸ ਤੋਂ ਇਲਾਵਾ ਬੋਡੀ ਦੇ ਵਿੱਚ ਇਮਿਊਨੋਗਲੋਬੂਲਿਨਸ ਹੁੰਦੇ ਹਨ ਜਿਹੜੇ ਬਿਮਾਰੀਆਂ ਤੋਂ ਬਚਾਅ ਕਰਨ ਲਈ ਜਿਹੜੇ ਉਹਨੂੰ ਸ਼ਕਤੀ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਜਦੋਂ ਬੱਚਾ ਬੋਲੀ ਚ ਹੁੰਦਾ ਹੈ ਤਾਂ ਆਕਸੀਟੋਸਿਨ ਨਾਂ ਦਾ ਇੱਕ ਹਾਰਮੋਨ ਰਿਲੀਜ਼ ਹੁੰਦਾ ਹੈ ਜਿਹੜਾ ਜੇਰ ਪੈਣ ਦੇ ਵਿੱਚ ਵੀ ਸਹਾਈ ਹੁੰਦਾ ਹੈ। ਕਈ ਵਾਰ ਆਮ ਧਾਰਨਾ ਹੈਗੀ ਹੈ ਕਿ ਬੱਚੇ ਨੂੰ ਉਦੋਂ ਤੱਕ ਬੋਲੀ ਨਾ ਪਿਲਾਈ ਜਾਵੇ ਜਦ ਤੱਕ ਜੇਰ ਨਹੀਂ ਪੈਂਦੀ। ਇਹ ਬਿਲਕੁਲ ਗਲਤ ਧਾਰਨਾ ਹੈ। ਜੇਰ ਜੇ ਥੋੜੀ ਬਹੁਤੀ ਪੈ ਜਾਂਦੀ ਹੈ ਜਾਂ ਅੰਦਰ ਰਹਿ ਜਾਂਦੀ ਹੈ ਤਾਂ ਉਹ 10 ਤੋਂ 12 ਘੰਟੇ ਜਿਹੜਾ ਜਾਂ 8 to 12 ਆਵਰਸ ਤੁਹਾਨੂੰ ਵੇਟ ਕਰਨੀ ਚਾਹੀਦੀ ਹਨ। ਤੇ ਜਦੋਂ ਤੁਸੀਂ ਜਿੰਨਾ ਜਲਦੀ ਬੱਚੇ ਨੂੰ ਬੋਲੀ ਚੁੰਘਾਉਂਦੇ ਹਨ ਉਨੀ ਹੀ ਜਲਦੀ ਜਿਹੜਾ ਜੇਰ ਪੈਣ ਵਿੱਚ ਇਹਦੀ ਮਦਦ ਹੁੰਦੀ ਹੈ, ਕਿਉਂਕਿ ਆਕਸੀਟੋਸਿਨ ਦੀ ਰਿਲੀਜ਼ ਹੁੰਦੀ ਹੈ।
ਜੀ, ਬੜਾ ਵਧੀਆ ਨੁਕਤਾ ਤੁਸੀਂ ਪੇਸ਼ ਕੀਤਾ ਹੈ ਕਿ ਬੌਲੀ ਆ ਜਿਹੜੀ ਬੜੀ ਮਹੱਤਤਾ ਰੱਖਦੀ ਹੈ ਬੱਚੇ ਦੇ ਲਈ। ਖਾਸ ਕਰਕੇ ਲਾਲਚ ਇਹ ਕਰ ਲਿਆ ਜਾਂਦਾ ਹੈ ਜਦੋਂ ਘਰ ਦੇ ਵਿੱਚ ਪਸ਼ੂ ਦੇ ਸੂਣ ਦਾ ਸਮਾਂ ਹੁੰਦਾ ਹੈ ਤਾਂ ਪਹਿਲਾਂ ਹੀ ਚਾਹ ਹੁੰਦਾ ਹੈ, ਖਾਸ ਕਰਕੇ ਜਵਾਕਾਂ ਨੂੰ ਜਾਂ ਮਾਪਿਆਂ ਦੇ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਸਾਡੀ ਮੱਝ ਜਾਂ ਗਾਂ ਸੂਣ ਵਾਲੀ ਹੈ ਤੇ ਬੌਲੀ ਹੈ ਜਿਹੜੀ ਉਹ ਸਾਡੇ ਘਰ 'ਚ ਆਉਣੀ ਹੈ ਤੇ ਇਸ ਦੇ ਨਾਲ ਬੱਚੇ ਵੀ ਖੁਸ਼ ਹੁੰਦੇ ਆ। ਤਾਂ ਸਾਰਾ ਦੁੱਧ ਹੈ ਜਿਹੜਾ ਜ਼ਿਆਦਾਤਰ ਇਹ ਦੇਖਿਆ ਜਾਂਦਾ ਪਰਿਵਾਰਾਂ ਦੇ ਵਿੱਚ ਕਿ ਅਣਗਹਿਲੀ ਦੇ ਕਰਕੇ ਬੱਚਿਆਂ ਲਈ ਰੱਖ ਲਿਆ ਜਾਂਦਾ ਹੈ, ਪਰ ਜਿਹੜੇ ਬੱਚੇ ਨੂੰ ਲੋੜ ਹੁੰਦੀ ਹੈ ਵੱਛੇ ਵੱਛੀ ਜਾਂ ਕੱਟੇ ਕੱਟੀ ਨੂੰ ਉਸ ਦੇ ਲਈ ਘੱਟ ਛੱਡਿਆ ਜਾਂਦਾ ਹੈ ਤੇ ਇਸ ਦੇ ਨਾਲ ਨੁਕਸਾਨ ਹੈ ਜਿਹੜਾ ਭੁਗਤਣਾ ਪੈ ਸਕਦਾ। ਹਾਂਜੀ ਬਿਲਕੁਲ, ਕਿਉਂਕਿ ਕੁਦਰਤ ਨੇ ਬੋਡੀ ਨੂੰ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਉਹ ਬੋਡੀ ਜਿਹੜੀ ਜੋ ਉਹਦੇ ਚ ਤੱਤ ਹੈਗੇ ਨੇ ਉਹ ਬੱਚੇ ਲਈ ਗੁਣਕਾਰੀ ਹੈ, ਨਾ ਕਿ ਇੱਕ ਪਸ਼ੂ ਦੇ ਬੱਚੇ ਲਈ। ਜਿਹੜਾ ਮੱਝ ਦਾ ਕੱਟਾ ਕੱਟੀ ਹੈ ਜਾਂ ਗਾਂ ਦਾ ਬੱਚਾ ਬੱਚੀ ਉਹਦੇ ਲਈ ਗੁਣਕਾਰੀ ਹੈ, ਨਾ ਕਿ ਇਨਸਾਨਾਂ ਦੇ ਬੱਚਿਆਂ ਦੇ ਲਈ। ਤੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਪਸ਼ੂ ਪਾਲਕ ਧਿਆਨ ਦੇਣ ਕਿ ਇਹ ਜਿਹੜੀ ਬੋਡੀ ਹੈ ਇਹ ਬੱਚੇ ਨੂੰ ਛੇਤੀ ਤੋਂ ਛੇਤੀ ਪਿਲਾਈ ਜਾਵੇ। ਜੇ ਕਿਸੇ ਕਾਰਨ ਬੱਚਾ ਖੜਾ ਨਹੀਂ ਹੋ ਰਿਹਾ ਤਾਂ ਉਹ ਬੋਡੀ ਨੂੰ ਕੱਢ ਕੇ ਕਿਸੇ ਤਸਲੇ ਦੇ ਵਿੱਚ ਉਹਦੇ ਸਾਹਮਣੇ ਰੱਖਿਆ ਜਾਵੇ, ਉਹਦੇ ਵਿੱਚ ਉਂਗਲੀ ਪਾ ਕੇ ਉਹਦੇ ਮੂੰਹ 'ਚ ਉਹਨੂੰ ਚੰਗਾਇਆ ਜਾਵੇ। ਜਾਂ ਬੋਟਲ ਫੀਡਿੰਗ ਵੀ ਕਈ ਵਾਰ ਪਸ਼ੂ ਪਾਲਕ ਕਰਦੇ ਹਨ ਕਿ ਉਹਨੂੰ ਬੋਤਲ ਦੇ ਨਾਲ ਕਿਸੇ ਕਾਰਨ ਜੋ ਖੜਾ ਨਹੀਂ ਹੋ ਰਿਹਾ ਤੇ ਲੱਤਾਂ ਕਮਜ਼ੋਰ ਹੈ, ਪਰ ਇਹ ਜਿਹੜੀ ਬੋਡੀ ਹੈ ਇਹ ਦੇਣੀ ਬਹੁਤ ਜ਼ਰੂਰੀ ਹੈ ਜਨਮ ਦੇ ਘੰਟੇ ਦੇ 1 ਘੰਟੇ ਦੇ ਅੰਦਰ ਅੰਦਰ ਖਾਸ ਕਰਕੇ। ਜੀ, ਅਗਲਾ ਮੇਰਾ ਸਵਾਲ ਜੁੜਿਆ ਹੋਇਆ ਹੈ ਕਿ ਜਦੋਂ ਇਹ ਨਵਜੰਮੇ ਬੱਚਿਆਂ ਦੀ ਅਸੀਂ ਕਿਵੇਂ ਸੰਭਾਲ ਕਰਨੀ ਹੈ, ਦੇਖ ਰੇਖ ਕਿਵੇਂ ਕਰਨੀ ਹੈ ਕਿ ਇੱਕ ਚੰਗਾ ਪਸ਼ੂ ਸਾਡੇ ਘਰ ਵਿੱਚ ਹੋਵੇ ਜਾਂ ਸਾਡੇ ਵਾੜੇ ਵਿੱਚ ਹੋਵੇ ਜਾਂ ਸਾਡੀ ਡੇਅਰੀ ਫਾਰਮ ਦੇ ਵਿੱਚ ਹੋਵੇ। ਔਰ ਅਗਲੀ ਗੱਲ ਜੁੜਦੀ ਹੈ ਕਿ ਨਵਜੰਮੇ ਬੱਚੇ ਜਿਹੜੇ ਹੁੰਦੇ ਆ ਉਹਨਾਂ ਵਿੱਚ ਮਲੱਪ ਦੀ ਸਮੱਸਿਆ ਬਹੁਤ ਦੇਖੀ ਜਾਂਦੀ ਹੈ, ਅੰਦਰੋਂ ਕਮਜ਼ੋਰ ਕਰ ਦਿੰਦੇ ਆ ਮਲੱਪ, ਜਾਂ ਚਿੱਚੜਾਂ ਦੀ ਸਮੱਸਿਆ ਹੈ, ਉਹ ਸਰੀਰ ਦੇ ਬਾਹਰੋਂ ਇੰਨਾ ਖੂਨ ਚੂਸ ਲੈਂਦੇ ਆ ਕਿ ਕਮਜ਼ੋਰੀ ਹੋ ਜਾਂਦੀ ਹੈ ਬੱਚਿਆਂ ਦੇ ਵਿੱਚ। ਉਸ ਤੋਂ ਬਚਣ ਲਈ ਕੀ ਧਿਆਨ ਦੇਣਾ ਚਾਹੀਦਾ, ਕਿਹੜੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਧਿਆਨ 'ਚ ਰੱਖ ਲਈਏ ਤੇ ਅਸੀਂ ਬਚਾ ਸਕਦੇ ਹਾਂ? ਦੇਖੋ, ਇਸ ਲਈ ਸਭ ਤੋਂ ਪਹਿਲਾਂ ਤਾਂ ਜਦੋਂ ਤੁਹਾਡਾ ਪਸ਼ੂ ਸੂਣ ਵਾਲਾ ਹੁੰਦਾ ਹੈ ਉਹਨੂੰ ਮਲੱਪ ਰਹਿਤ ਕਰਨਾ ਬਹੁਤ ਜ਼ਰੂਰੀ ਹੈ। ਸਾਰੀਆਂ ਮਲੱਪਾਂ ਦੀਆਂ ਦਵਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ, ਇਹ ਤੁਸੀਂ ਵੈਟਰਨਰੀ ਡਾਕਟਰ ਦੀ ਸਲਾਹ ਦੇ ਨਾਲ ਹੀ ਜਦੋਂ ਅਖੀਰਲੇ ਟ੍ਰਾਈਮੈਸਟਰ ਦੇ ਅਖੀਰਲੇ 3 ਮਹੀਨਿਆਂ ਦੇ ਵਿੱਚ ਪਸ਼ੂ ਦਾ ਉਹਨੂੰ ਮਲੱਪ ਰਹਿਤ ਕਰੋ ਤਾਂ ਕਿ ਪਸ਼ੂ ਦੇ ਅੰਦਰ ਮਲੱਪ ਨਾ ਹੋਣ। ਤੇ ਜਦੋਂ ਬਿਕੋਜ਼ ਜਿਹੜੇ ਮਲੱਪ ਹੈਗੇ ਆ ਉਹ ਬੱਚੇ ਦੀ ਸਾਰੀ ਜਾਂ ਪਸ਼ੂ ਦੇ ਅੰਦਰ ਵੀ ਜਦੋਂ ਵੱਡੇ ਪਸ਼ੂ ਦੇ ਅੰਦਰ ਵੀ ਮਲੱਪ ਹੁੰਦੇ ਉਹ ਸਾਰੀ ਨਿਊਟ੍ਰੀਸ਼ਨ ਲੈ ਰਹੇ ਹੁੰਦੇ ਆ ਪਸ਼ੂ ਦੀ ਤੇ ਪਸ਼ੂ ਨੂੰ ਕਮਜ਼ੋਰ ਕਰ ਦਿੰਦੇ ਨੇ। ਤੇ ਨਵਾਂ ਜਨਮਿਆ ਜਿਹੜਾ ਬੱਚਾ ਹੈ ਉਹਨੂੰ 10 ਦਿਨ ਦੇ ਅੰਦਰ ਅੰਦਰ ਮਲੱਪ ਰਹਿਤ ਕਰਨਾ ਬਹੁਤ ਜ਼ਰੂਰੀ ਹੈ। ਫਿਰ ਉਹਨੂੰ ਹਰ ਮਹੀਨੇ 6 ਮਹੀਨੇ ਤੱਕ ਮਲੱਪ ਰਹਿਤ ਕਰਨਾ ਜ਼ਰੂਰੀ ਹੈ। ਉਸ ਤੋਂ ਬਾਅਦ 3 ਮਹੀਨੇ ਬਾਅਦ ਮਲੱਪ ਰਹਿਤ ਕਰਨਾ ਜ਼ਰੂਰੀ ਹੈ। ਜਿਹੜੀ ਮਲੱਪਾਂ ਦੇ ਅਗੇਂਸਟ ਦਵਾਈਆਂ ਵਰਤਣੀਆਂ ਨੇ ਇਹ ਤੁਸੀਂ ਨੇੜੇ ਦੇ ਜਿਹੜੇ ਆਪਣੇ ਵੈਟਰਨਰੀ ਹਸਪੀਟਲ 'ਚ ਹੈ ਤੇ ਤੁਹਾਡੇ ਜਿਹੜੇ ਵੀ ਨੇੜੇ ਦੇ ਵੈਟਰਨਰੀ ਡਾਕਟਰ ਉਹਨਾਂ ਨਾਲ ਸਲਾਹ ਕਰਕੇ ਬਦਲ ਕੇ ਦੇਣੀਆਂ, ਕਿਉਂਕਿ ਇੱਕ ਹੀ ਦਵਾਈ ਜਿਹੜੀ ਤੁਸੀਂ ਹਮੇਸ਼ਾ ਨਹੀਂ ਵਰਤ ਸਕਦੇ, ਕਿਉਂਕਿ ਉਹਦੇ ਨਾਲ ਜਿਹੜੇ ਅੰਦਰ ਵਰਮਸ ਹੁੰਦੇ ਨੇ, ਮਲੱਪ ਹੁੰਦੇ ਨੇ, ਉਹ ਰੈਜ਼ਿਸਟੈਂਟ ਹੋ ਜਾਂਦੇ ਨੇ। ਤੇ ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦੀ ਕਿ ਮਲੱਪ ਸਿਰਫ ਛੋਟੇ ਪਸ਼ੂਆਂ ਦੇ ਵਿੱਚ ਨਹੀਂ ਹੁੰਦੇ, ਮਲੱਪ ਵੱਡੇ ਪਸ਼ੂਆਂ ਦੇ ਵਿੱਚ ਵੀ ਹੁੰਦੇ ਨੇ। ਇਸ ਲਈ ਜਿੰਨੇ ਵੀ ਤੁਹਾਡੇ ਕੋਲ ਪਸ਼ੂ ਨੇ, ਭਾਵੇਂ ਕੱਟੇ ਕੱਟੀਆਂ ਨੇ ਜਾਂ ਝੋਟੀਆਂ ਨੇ, ਵੱਡੀਆਂ ਮੱਝਾਂ ਨੇ, ਗਾਵਾਂ ਨੇ, ਸਾਰੇ ਹੀ ਪਸ਼ੂਆਂ ਨੂੰ 3 ਮਹੀਨੇ ਦੇ ਵਕਫੇ ਤੋਂ ਬਾਅਦ ਮਲੱਪ ਰਹਿਤ ਕਰਨਾ ਬਹੁਤ ਹੀ ਜ਼ਰੂਰੀ ਹੈ। ਚਿਚੜਾਂ ਦੀ ਸਮੱਸਿਆ ਇੱਕ ਬਹੁਤ ਵੱਡੀ ਸਮੱਸਿਆ ਹੈ, ਕਿਉਂਕਿ ਚਿਚੜ ਖੂਨ ਪੀਂਦੇ ਹਨ, ਅਨੀਮੀਆ ਹੋ ਜਾਂਦਾ ਹੈ, ਬੱਚੇ ਜਿਹੜੇ ਹੈਗੇ ਆ ਬਹੁਤ ਛੇਤੀ ਕੱਟੜੂ ਤੇ ਬੱਚਿਆਂ ਉਹ ਮਰ ਜਾਂਦੇ ਹਨ। ਇਸ ਲਈ ਚਿਚੜ ਰਹਿਤ ਕਰਨਾ ਬਹੁਤ ਜ਼ਰੂਰੀ ਹੈ। ਉਹਦੇ ਲਈ ਇੰਜੈਕਸ਼ਨਸ ਵੀ ਆਉਂਦੇ ਨੇ, ਦਵਾਈਆਂ ਵੀ ਆਉਂਦੀਆਂ ਨੇ, ਨਵਾਉਣ ਵਾਲੀਆਂ ਦਵਾਈਆਂ ਵੀ ਆਉਂਦੀਆਂ ਹਨ। ਤੇ ਸਿਰਫ ਜਿਹੜੇ ਛੋਟੇ ਬੱਚੇ ਉਹਨਾਂ ਤੋਂ ਹੀ ਚਿਚੜ ਉਤਾਰਨੇ ਜਿਹੜੇ ਹੈਗੇ ਉਹਨੂੰ ਚਿਚੜ ਰਹਿਤ ਕਰਨਾ ਜ਼ਰੂਰੀ ਨਹੀਂ ਹੈ। ਜਿੱਥੇ ਉਹ ਪਸ਼ੂ ਬਹਿੰਦੇ ਨੇ ਉਸ ਜਗ੍ਹਾ ਨੂੰ ਚਿਚੜ ਰਹਿਤ ਪੱਠੇ ਤੇ ਪਸ਼ੂ ਬਾਹਰ ਕੱਢ ਕੇ ਉਸ ਜਗ੍ਹਾ ਨੂੰ ਵੀ ਚਿਚੜ ਰਹਿਤ ਕਰਨਾ ਜਿਹੜਾ ਕਿ ਬਹੁਤ ਜ਼ਰੂਰੀ ਹੈ। ਤੇ ਇਹ ਤੁਸੀਂ ਆਪਣੇ ਨੇੜੇ ਦੇ ਵੈਟਰਨਰੀ ਡਾਕਟਰ ਜਾਂ ਹਸਪੀਟਲ ਨਾਲ ਸੰਪਰਕ ਕਰਕੇ ਇਹ ਕਿਹੜੀਆਂ ਦਵਾਈਆਂ ਇਹਦੇ ਲਈ ਵਰਤਣੀਆਂ ਚਾਹੀਦੀਆਂ ਹੈ ਇਹ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਉਹਦੇ ਬਾਰੇ ਪਤਾ ਕਰ ਸਕਦੇ ਹੋ। ਜੀ, ਚਿਚੜਾਂ ਦੀ ਰੋਕਥਾਮ ਲਈ ਜਦੋਂ ਦਵਾਈਆਂ ਦੀ ਵਰਤੋਂ ਚਾਹੇ ਡਾਕਟਰ ਦੀ ਸਲਾਹ ਨਾਲ ਵੀ ਕਰ ਰਹੇ ਹੁੰਦੇ ਆ, ਜਦੋਂ ਪਸ਼ੂ ਪਾਲਕ ਨੇ ਜਿਹੜੇ, ਫਿਰ ਵੀ ਕਿਤੇ ਨਾ ਕਿਤੇ ਸਮੱਸਿਆ ਆ ਜਾਂਦੀ ਹੈ। ਦੇਖਿਆ ਵੀ ਜਾਂਦਾ ਕਈ ਥਾਵਾਂ ਤੇ ਚਿਚੜਾਂ ਦੀ ਦਵਾਈ ਨੂੰ ਜਦੋਂ ਸਪਰੇਅ ਕੀਤੀ ਜਾਂਦੀ ਹੈ ਪੂਰੇ ਸਰੀਰ ਦੇ ਉੱਤੇ ਪਸ਼ੂ ਦੇ ਜਾਂ ਬੱਚੇ ਤੇ, ਤਾਂ ਕਈ ਵਾਰੀ ਦੇਖਿਆ ਜਾਂਦਾ ਕਿ ਦੂਜਾ ਪਸ਼ੂ ਆ ਜਿਹੜਾ ਉਸਨੂੰ ਜਿਹੜਾ ਚੱਟ ਲੈਂਦਾ ਆਪਣੀ ਜੀਭ ਦੇ ਨਾਲ, ਤਾਂ ਉਸ ਦੇ ਨਾਲ ਵੀ ਕੋਈ ਖਤਰਾ ਪੈਦਾ ਹੋ ਸਕਦਾ ਹੈ ਜਾਂ ਕੋਈ ਦਵਾਈ ਇੰਨੀ ਖਤਰਨਾਕ ਨਹੀਂ ਹੈ? ਨਹੀਂ, ਦੇਖੋ ਜੀ, ਦਵਾਈ ਤਾਂ ਡੈਫੀਨੇਟਲੀ ਇਟਸ ਅ ਕੈਮੀਕਲ, ਠੀਕ ਹੈ ਨਾ। ਤੇ ਜੇ ਕੋਈ ਪਸ਼ੂ ਦਵਾਈ ਨੂੰ ਚੱਟ ਲੈਂਦਾ ਤਾਂ ਉਹਦਾ ਨੁਕਸਾਨ ਜ਼ਰੂਰ ਹੁੰਦਾ ਹੈ। ਤੇ ਇਹ ਪਸ਼ੂ ਪਾਲਕ ਜਿਹੜਾ ਹੈਗਾ ਉਹ ਦਵਾਈ ਨੂੰ ਜਦੋਂ ਨਵਾਉਣਾ ਹੁੰਦਾ ਹੈ ਤਾਂ ਉਹਨੂੰ ਬਸ ਥੋੜੇ ਟਾਈਮ ਲਈ ਉੱਪਰ ਲਗਾ ਕੇ ਰੱਖਣਾ ਹੁੰਦਾ ਹੈ। ਕੁਝ ਦਵਾਈਆਂ ਜਿਹੜੀਆਂ ਲਗਾ ਕੇ ਰੱਖਣ ਵਾਲੀਆਂ, ਕੁਝ ਜਿਹੜੀਆਂ ਬਸ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਉਹਨੂੰ ਨਵਾ ਦਿੰਦੇ ਹੋ। ਤੇ ਇਹ ਡੈਫੀਨੇਟਲੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਾਂ ਤਾਂ ਪਸ਼ੂ ਨੂੰ ਇੱਕ ਦੂਜੇ ਤੋਂ ਥੋੜਾ ਅਲੱਗ ਰੱਖੋ, ਪਰ ਜਿਹੜੀਆਂ ਦਵਾਈਆਂ ਉਹ ਡੈਫੀਨੇਟਲੀ ਜ਼ਹਿਰੀਲੀਆਂ ਹੁੰਦੀਆਂ ਨੇ, ਜੇ ਪਸ਼ੂ ਦੇ ਅੰਦਰ ਚਲੀਆਂ ਜਾਣ ਤਾਂ ਨੁਕਸਾਨ ਕਰਦੀਆਂ ਨੇ। ਤੇ ਇੱਕ ਟਾਈਮ ਤੇ ਜੇ ਤੁਸੀਂ ਚਿਚੜ ਰਹਿਤ ਕਰ ਰਹੇ ਹੋ ਪਸ਼ੂਆਂ ਨੂੰ, ਤੇ ਕੋਸ਼ਿਸ਼ ਇਹ ਕਰੋ ਕਿ ਸਾਰੇ ਹੀ ਪਸ਼ੂਆਂ ਨੂੰ ਕਰ ਦਿਓ, ਕਿਉਂਕਿ ਜੇ ਤੁਸੀਂ ਇਕੱਲੇ ਇੱਕ ਪਸ਼ੂ ਨੂੰ ਕਰ ਰਹੇ ਹੋ ਤਾਂ ਚਿਚੜ ਜਿਹੜੇ ਦੂਜੇ ਪਸ਼ੂ ਦੇ ਵਿੱਚ ਇਹ ਪ੍ਰੋਬਲਮ ਆਏਗੀ। ਤੇ ਇਸ ਲਈ ਜੇ ਤੁਹਾਡਾ ਹਰਡ ਹੈ, ਜੇ ਤੁਹਾਡਾ ਜੋ ਵੀ ਗਰੁੱਪ ਹੈ ਐਨੀਮਲਸ ਦਾ, ਉਹਨਾਂ ਸਾਰਿਆਂ ਨੂੰ ਇਕੱਠਾ ਕਰੋ
ਤੇ ਡੈਫੀਨਿਟਲੀ ਜੇ ਪਸ਼ੂ ਇੱਕ ਦੂਜੇ ਨੂੰ ਚੱਟ ਲੈਂਦੇ ਆ ਤਾਂ ਦਵਾਈ ਜ਼ਹਿਰੀਲੀ ਹੁੰਦੀ ਹੈ, ਇਹਦਾ ਨੁਕਸਾਨ ਹੁੰਦਾ ਹੈ। ਜੀ। ਔਰ ਇੱਕ ਬੜਾ ਨਿੱਕੀ ਜੀ ਗੱਲ ਹੈ, ਦੇਖਣ ਨੂੰ ਲੱਗਦੀ ਹੈ, ਸੁਣਨ ਨੂੰ ਨਿੱਕੀ ਜੀ ਲੱਗਦੀ ਹੈ, ਪਸ਼ੂ ਦੇ ਜਦੋਂ ਨਵਜੰਮੇ ਬੱਚੇ ਹੁੰਦੇ ਆ ਕਿੰਨੀ ਦੇਰ ਬਾਅਦ ਉਹਦੇ ਗਲ ਵਿੱਚ ਰੱਸਾ ਜਾਂ ਸੰਗਲੀ ਪਾਉਣੀ ਚਾਹੀਦੀ ਹੈ? ਕਈ ਵਾਰੀ ਦੇਖਿਆ ਜਾਂਦਾ ਹੈ ਨਵਜੰਮੇ ਬੱਚੇ ਨੂੰ, ਕਿਉਂਕਿ ਦੁੱਧ ਚੁੰਘਣ ਵੱਲ ਭੱਜਦਾ ਆਪਣੀ ਮਾਂ ਵੱਲ, ਤਾਂ ਉਹਨੂੰ ਰੋਕਣ ਦੇ ਲਈ ਉਸ ਵੇਲੇ ਗਲ ਦੇ ਵਿੱਚ ਰੱਸੀ ਜਦੋਂ ਪਾਈ ਜਾਂਦੀ ਹੈ ਜਾਂ ਕੋਈ ਹੋਰ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ, ਕਿਹੜੀ ਚੀਜ਼ ਹੈ ਜਿਹਦਾ ਸਾਨੂੰ ਵਰਤਣੀ ਹੋਣੀ ਚਾਹੀਦੀ, ਕਿਉਂਕਿ ਉਸ ਦੇ ਨਾਲ ਖਤਰਾ ਹੋ ਸਕਦਾ ਨਵਜੰਮੇ ਬੱਚੇ ਨੂੰ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਨਵਜਨਮਿਆ ਬੱਚਾ ਹੈ ਉਹਨੂੰ ਮਾਂ ਦਾ ਰਿਕੁਆਇਰਡ ਜਿੰਨਾ ਦੁੱਧ ਹੈਗਾ ਉਹ ਜੀ। ਦੇਣਾ ਬਹੁਤ ਜ਼ਰੂਰੀ ਹੈਗਾ, ਕਿਉਂਕਿ ਉਹਦੇ ਨਾਲ ਹੀ ਬਚਾਅ ਦੇ ਜਿਹੜੇ ਚਾਂਸਸ ਹੈ ਉਹ ਵੱਧ ਜਾਂਦੇ ਹਨ। ਤੁਸੀਂ ਜੇ ਉਹਨੂੰ ਖੁਰਾਕ ਘੱਟ ਦਿੰਦੇ ਹੋ, ਮਾਂ ਦਾ ਦੁੱਧ ਉਹ ਘੱਟ ਚੁੰਘਦਾ ਹੈ, ਤਾਂ ਵੀ ਉਹ ਜਿਹੜਾ ਵੀਕ ਹੋ ਜਾਂਦਾ ਹੈ, ਕਿਉਂਕਿ ਉਹ ਪੱਠੇ ਹਲੇ ਖਾ ਨਹੀਂ ਸਕਦਾ। ਤੇ ਇਸ ਲਈ ਉਹਨੂੰ ਰਿਸਟ੍ਰੇਨ ਕਰਨ ਲਈ ਕੋਸ਼ਿਸ਼ ਕਰੋਗੇ ਕਿ ਰੱਸੇ ਦੀ ਵਰਤੋਂ ਕਰੋ ਤੇ ਉਹਦਾ ਗਲ ਨਾ ਘੁੱਟ ਹੋਵੇ। ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਸੰਗਲ ਤਾਂ ਬਹੁਤ ਹੈਵੀ ਹੁੰਦੇ ਹਨ, ਤੇ ਬੈਟਰ ਹੈ ਕਿ ਇੱਕ ਪਤਲੀ ਰੱਸੀ ਦੀ ਵਰਤੋਂ ਕਰੋ, ਤੇ ਖਾਸ ਕਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਗਲ ਨਾ ਘੁੱਟਿਆ ਜਾਵੇ। ਜੀ। ਔਰ ਮੇਰਾ ਆਖਰੀ ਕੁਐਸਚਨ ਹੈ, ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਇੱਕ ਆਖਰੀ ਸਵਾਲ ਹੈ ਮੇਰਾ, ਉਹ ਇਹ ਸਵਾਲ ਹੈ ਕਿ ਪਸ਼ੂ ਪਾਲਣ ਵਿਭਾਗ ਦੇ ਵਿੱਚ ਤੁਸੀਂ ਵੀ ਕੰਮ ਕਰਦੇ ਹੋ, ਸਰਕਾਰੀ ਪੱਧਰ ਦੇ ਉੱਤੇ ਜਾਂ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਕਿਹੜੀਆਂ ਹਦਾਇਤਾਂ ਨੇ ਜਿਹੜੀਆਂ ਪਸ਼ੂ ਪਾਲਕਾਂ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਕਿ ਨਵਜੰਮੇ ਬੱਚਿਆਂ ਨੂੰ ਕਿ ਤੰਦਰੁਸਤ ਬਣਾਇਆ ਜਾ ਸਕੇ, ਚੰਗੀ ਦੇਖ ਰੇਖ ਕੀਤੀ ਜਾ ਸਕੇ, ਸਮੇਂ-ਸਮੇਂ ਤੇ ਵੈਕਸੀਨ ਦਾ ਵੀ ਕੋਈ ਪ੍ਰਬੰਧ ਹੈ ਤਾਂ ਜ਼ਰੂਰ ਜਾਣਕਾਰੀ ਸਾਂਝੀ ਕਰੋ। ਦੇਖੋ, ਪੰਜਾਬ ਸਰਕਾਰ ਵੱਲੋਂ ਸਾਡਾ ਜਿਹੜਾ ਮਹਿਕਮਾ ਹੈ ਐਨੀਮਲ ਹਸਬੈਂਡਰੀ ਜੀ। ਡਿਪਾਰਟਮੈਂਟ ਪੰਜਾਬ ਵੱਲੋਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਵੈਕਸੀਨਸ ਹੈ ਉਹ ਲਗਾਈਆਂ ਜਾਂਦੀਆਂ। ਇਹਦੇ ਵਿੱਚ ਮੇਨ ਜਿਹੜੀਆਂ ਮੈਂ ਤੁਹਾਨੂੰ ਦੱਸ ਦਿੰਦੀ ਉਹ ਹੈਗੀ ਹੈ ਗਲਘੋਟੂ ਦੀ ਵੈਕਸੀਨ, ਜਿਹੜੀ ਹੈਮੋਰੇਜਿਕ ਸੈਪਟੀਸੀਮੀਆ ਬਿਮਾਰੀ ਹੈ, ਮੂੰਹ ਖੁਰ ਦੀ ਵੈਕਸੀਨ, ਇਸ ਤੋਂ ਬਾਅਦ ਬਰੂਸਲੋਸਿਸ, ਬਲੈਕ ਵਾਟਰ ਦੀ ਵੈਕਸੀਨ। ਤੇ ਇਹ ਜਿਹੜੀਆਂ ਵੈਕਸੀਨਸ ਹੈਗੀਆਂ ਨੇ ਇਹ ਬਿਕੋਜ਼ ਇਹਨਾਂ ਵਿੱਚ ਐਂਟੀਬਾਡੀਜ਼ ਹੁੰਦੀਆਂ ਨੇ। ਇਹ ਵੈਕਸੀਨਸ ਜਦੋਂ ਵੱਡੇ ਪਸ਼ੂਆਂ ਨੂੰ ਲਗਾਈ ਜਾਂਦੀਆਂ ਤਾਂ ਥੋੜੀ ਦੇਰ ਲਈ ਦੁੱਧ ਜ਼ਰੂਰ ਘਟ ਜਾਂਦਾ ਹੈ, ਪਰ ਜਿਹੜੀ ਵੈਕਸੀਨ ਹੈ ਇਹ ਬਹੁਤ ਜ਼ਰੂਰੀ ਹੁੰਦੀ ਹੈ ਲਗਵਾਉਣੀ। ਉਹਦਾ ਕਾਰਨ ਹੈ ਕਿ ਇਹ ਬਿਮਾਰੀ ਤੋਂ ਬਚਾਅ ਕਰਦੀ ਹੈ। ਤੇ ਜਿਹੜੇ ਛੋਟੇ ਬੱਚੇ ਹੈਗੇ ਉਹ ਵੀ 3 ਮਹੀਨੇ ਤੋਂ ਬਾਅਦ ਜਿਹੜੀ ਉਹਨਾਂ ਨੂੰ ਵੈਕਸੀਨ, ਚਲੋ ਉਹਨਾਂ 'ਚ ਤਾਂ ਖੈਰ ਦੁੱਧ ਘਟਣ ਦੀ ਕੋਈ ਸਮੱਸਿਆ ਹੁੰਦੀ ਨਹੀਂ, ਉਹਨਾਂ ਨੂੰ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ। ਪਸ਼ੂ ਪਾਲਕ ਜਿਹੜੇ ਹੈਗੇ ਇਸ ਚੀਜ਼ ਦੀ ਅਹਿਮੀਅਤ ਨੂੰ ਸਮਝਣ ਕਿ ਜਿਹੜੀ ਵੈਕਸੀਨ ਹੈ ਉਹ ਪਸ਼ੂ ਨੂੰ ਕੋਈ ਖਾਸ ਨੁਕਸਾਨ ਨਹੀਂ ਕਰਦੀ, ਥੋੜਾ ਜਿਹਾ ਦੁੱਧ ਘਟਾਉਂਦੀ ਹੈ ਵੱਡੇ ਪਸ਼ੂ ਦੇ ਵਿੱਚ, ਪਰ ਜਿਹੜਾ ਉਹਦਾ ਇਫੈਕਟ ਹੈ ਉਹ ਜਿਹੜਾ ਇੱਕ ਪਸ਼ੂ, ਵੱਡਾ ਪਸ਼ੂ ਹੈ, ਜੇ ਤੁਸੀਂ ਮੱਝ ਦੀ ਅੱਜ ਕੱਲ੍ਹ ਕੀਮਤ ਲਾ ਲਓ 60-70 ਹਜ਼ਾਰ ਦੀ ਤੋਂ ਘੱਟ ਮੱਝ ਨਹੀਂ ਆਉਂਦੀ, ਇਸੇ ਤਰ੍ਹਾਂ ਗਾਵਾਂ ਵੀ ਐਕਸਪੈਂਸਿਵ ਨੇ, ਤਾਂ ਉਹ ਇੱਕ ਵੱਡੇ ਪਸ਼ੂ ਨੂੰ ਬਚਾਉਂਦਾ ਹੈ। ਇਸ ਲਈ ਨਾ ਕੇਵਲ ਛੋਟੇ ਜਿਹੜੇ ਕੱਟੀ ਜਾਂ ਬੱਚੀਆਂ ਉਹਨਾਂ ਨੂੰ ਵੈਕਸੀਨ ਲਗਵਾਉਣੀ ਜ਼ਰੂਰੀ ਹੈ, ਸਾਰੇ ਹੀ ਪਸ਼ੂਆਂ ਨੂੰ ਜਦੋਂ ਵੀ ਸਾਡੀ ਵੈਕਸੀਨੇਸ਼ਨ ਦੀ ਜਿਹੜੀ ਟੀਮ ਹੈ ਘਰ ਘਰ ਜਾ ਕੇ ਵੈਕਸੀਨ ਲਾਉਂਦੀ ਹੈ ਤਾਂ ਵੈਕਸੀਨ ਲਗਵਾਉਣੀ ਜਿਹੜੀ ਬਹੁਤ ਜ਼ਰੂਰੀ ਹੈ। ਜੀ। ਅਸੀਂ ਇਹਨਾਂ ਤਮਾਮ ਗੱਲਾਂ ਦੇ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਨਵਜੰਮੇ ਬੱਚਿਆਂ ਨੂੰ ਚੰਗੀ ਦੇਖ ਰੇਖ ਦੇ ਨਾਲ ਸਾਂਭਿਆ ਜਾ ਸਕਦਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੱਝ ਜਾਂ ਗਾਂ ਦਾ ਰੂਪ ਲੈਣਾ ਹੈ ਤਾਂ ਉਦੋਂ ਇੱਕ ਚੰਗਾ ਪਸ਼ੂ ਹੈ ਸਾਡੇ ਡੇਅਰੀ ਫਾਰਮ ਦੇ ਵਿੱਚ ਹੋਵੇ ਔਰ ਸਾਡੇ ਘਰਾਂ ਦੇ ਵਿੱਚ ਹੋਵੇ, ਤਾਂ ਕਿ ਅਸੀਂ ਚੰਗੀ ਆਮਦਨ ਵੀ ਕਮਾ ਸਕਦੇ ਹਾਂ ਔਰ ਚੰਗੀ ਖੁਰਾਕ ਵੀ ਲੈ ਸਕਦੇ ਹਾਂ। ਡਾਕਟਰ ਰਾਣਾਪ੍ਰੀਤ ਜੀ, ਤੁਸੀਂ ਸਾਡੇ ਨਾਲ ਜੁੜੇ ਹੋ ਇਸ ਵਿਸ਼ੇ ਤੇ ਚਰਚਾ ਕਰਨ ਲਈ ਬੜੀ ਮਿਹਰਬਾਨੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ।